संभाल सोच समा सरमाया, जे तू ए ना कमाया। इन्हां तिन्हां तो ही बंदा मार खामदा ए। नीति घड़े खुद सारी ते आखे कीती रब माड़ी। गलती अपनी ते नाम ओदा लामदा ए। जिन्ने सदगुण सांभे ओ नहीं दाते कोलों लांभे। सुख ओही सदा लई पावदा ए। खालस जो चले गुणा वाले राह, लय हजूर जी नूं पा। जीव ओयो जागोद आद गुरां दी समामदा ए। आद गुरां दी समामदा ए। तू सत अखंड जोत चैनल ते प्रोग्राम सुगड़ विचार वेख रहे सारे ही दर्शक करना जी परवान फतेह। वाहिगुरु जी का खालसा वाहिगुरु जी की फतेह। प्रोग्राम सुगड़ विचार विच अज दा जो मेरा सुगड़ विचार है वो है वेखी संभली। हमेशा जद किसी दूजे इंसान नूं किसी गल तो सावधान रहन लई कहना होवे तां बोल चाल द्वारा कुछ शब्द कुछ अल्फाज वरते जांदे ने, जिवें वेखी संभली, ध्यान च रही, चुकन्ना रही, होश च रही। इन्हां शब्दां पिछे समझ केवल जीव नूं जागृत होण लई अलर्ट करदी ਏ, भाव सावधान करदी ਏ ਤਾਂ ਕਿ ਇਸ ਦੇ ਨਾਲ ਕਿਤੇ ਕੋਈ ਅਣਸੁਖਾਵੀ ਦੁਰਘਟਨਾ ਨਾ ਵਾਪਰ ਜਾਵੇ। ਬਚਪਨ ਵਿੱਚ ਜਦ ਕਿਤੇ ਬੱਚਾ ਅੱਗ ਵੱਲ, ਬਿਜਲੀ ਵੱਲ ਜਾਂ ਕਿਸੇ ਵੀ ਖਤਰੇ ਵੱਲ ਹੱਥ ਵਧਾਉਂਦਾ ਏ ਤਾਂ ਬੱਚੇ ਦੀ ਮਾਂ ਵੇਖ ਝੱਟ ਉੱਚੀ ਉੱਚੀ ਹਾਕਾਂ ਮਾਰਨ ਲੱਗ ਜਾਂਦੀ ਏ, ਵੇਖੀ ਪੁੱਤ ਸੰਭਲੀ, ਬਚ ਕੇ ਪਰਾਂ ਹੋ ਜਾ। ਤੇ ਜਦ ਕਿਤੇ ਬੱਚਾ ਆਪਣੇ ਘਰ ਤੋਂ ਬਾਹਰ ਕਿਸੇ ਵੀ ਕੰਮ ਲਈ ਨਿਕਲਣ ਲੱਗਦਾ ਏ ਤਾਂ ਉਸ ਦੇ ਵੱਡੇ ਵਡੇਰਿਆਂ, ਉਸ ਦੇ ਆਪਣਿਆਂ ਅੰਦਰ ਇੱਕ ਪਰਵਾਹ ਕਰਨ ਵਾਲੀ ਪਣਪੀ ਸੋਚ ਆਪ ਮੁਹਾਰੇ ਹੀ ਮੁੱਖ ਤੋਂ ਇਹ ਅਲਫਾਜ਼ ਕਢਵਾ ਦਿੰਦੀ ਏ ਕਿ ਵੇਖੀ ਪੁੱਤ ਸੰਭਲ ਕੇ ਧਿਆਨ ਨਾਲ ਜਾਈਂ। ਹੁਣ ਇਹ ਸਭ ਤਰ੍ਹਾਂ ਦੀ ਪਰਵਾਹ, ਸਭ ਤਰ੍ਹਾਂ ਦੀ ਪ੍ਰੋਟੈਕਸ਼ਨ ਤੇ ਹੈਗੀ ਏ ਇੱਧਰ ਦੀ ਸੰਸਾਰ 'ਚ ਰਹਿੰਦਿਆਂ ਸੰਸਾਰ ਤੋਂ। ਪਰ ਇੱਕ ਪ੍ਰੋਟੈਕਸ਼ਨ ਉਹ ਵੀ ਹੈ ਜੋ ਰੂਹਾਨੀਅਤ ਤਲ ਤੋਂ ਆਤਮਾ ਦੀ ਕਰਨੀ ਪੈਂਦੀ ਏ। ਸਰੀਰ ਦੀ ਪ੍ਰੋਟੈਕਸ਼ਨ ਤੇ ਹੋ ਗਈ, ਪਰ ਆਤਮਾ ਨੂੰ ਵੀ ਸੰਭਾਲਣਾ ਬੜਾ ਹੀ ਜ਼ਰੂਰੀ ਏ। ਹੁਣ ਜਿਵੇਂ ਬੱਚੇ ਨੂੰ ਉਸ ਦੇ ਵੱਡੇ ਵਡੇਰਿਆਂ ਵੱਲੋਂ, ਉਸ ਦੇ ਮਾਂ-ਬਾਪ ਵੱਲੋਂ ਹਰ ਆਉਂਦੇ ਖਤਰੇ ਤੋਂ ਅਲਰਟ ਕਰ ਸੰਭਲਣ ਲਈ ਕਿਹਾ ਜਾਂਦਾ ਏ ਕਿ ਵੇਖੀ ਸੰਭਲੀ, ਇਵੇਂ ਹੀ ਗੁਰੂ ਗੁਰਬਾਣੀ ਹਰ ਜੀਵ ਦੇ ਜੀਵਨ ਵਿੱਚ ਆਉਣ ਵਾਲੇ ਖਤਰੇ ਤੋਂ ਬਚਣ ਲਈ ਕਹਿ ਰਹੀ ਹੈ ਕਿ ਵੇਖੀ ਬੰਦੇ ਸੰਭਲੀ, ਕਿਉਂਕਿ ਕਿਤੇ ਤੇਰੇ ਜੀਵਨ ਵਿੱਚ ਕੋਈ ਐਸੀ ਦੁਰਘਟਨਾ ਨਾ ਵਾਪਰ ਜਾਏ ਕਿ ਤੇਰੇ ਜੀਵਨ ਦਾ ਅੰਤ ਬਹੁਤ ਭਿਆਨਕ, ਬਹੁਤ ਡਰਾਵਨਾ ਹੋਵੇ। ਤੇ ਸਮਝਾ ਰਹੀ ਹੈ ਕਿ ਫਿਰ ਇਹਨਾਂ ਸੰਸਾਰੀ ਖਤਰਿਆਂ ਤੋਂ ਸੰਭਲ ਕੇ ਤੈਨੂੰ ਕੁਝ ਸੰਭਾਲਣ ਦੀ ਜ਼ਰੂਰਤ ਹੈ, ਤਾਂ ਉਹ ਹੈ ਰਹਿਤ। ਤਾਂ ਹੀ ਤਾਂ 10ਵੀਂ ਸਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਨੇ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਰਹਿਤ ਤੇ ਹੁਣ ਫਿਰ ਤਾਂ ਹੀ ਬਰਕਰਾਰ ਰਹੇਗੀ, ਸੰਭਾਲੀ ਜਾਏਗੀ ਜੇ ਅੰਦਰ ਸੰਨ ਲਾਈ ਬੈਠੇ ਪੰਜਾਂ ਚੋਰਾਂ ਦਾ ਪਤਾ ਲੱਗੇ। ਤੇ ਖਤਰਾ ਸਿਰਫ ਇਹਨਾਂ ਪੰਜਾਂ ਚੋਰਾਂ ਤੋਂ ਹੀ ਨਹੀਂ ਏ, ਹੋਰ ਵੀ 5 ਖਤਰਨਾਕ ਹੈਗੇ ਨੇ ਜਿਨ੍ਹਾਂ ਤੋਂ ਖਤਰਾ ਹੈ ਸਾਨੂੰ। ਫਿਰ ਇਹ 5 ਕਿਹੜੇ ਨੇ? ਆਓ ਜਾਣ ਲਈਏ, ਜਿਨ੍ਹਾਂ ਤੋਂ ਪਹਿਲੇ ਪਾਤਸ਼ਾਹ ਬਚਨ ਲਈ ਕਹਿ ਰਹੇ ਹਨ ਕਿ ਵੇਖੀ ਸੰਭਲੀ। ਤੇ ਉਹ ਨੇ ਰਾਜ, ਮਾਲ, ਰੂਪ, ਜਾਤ, ਜੋਬਨ, ਪੰਜੇ ਠੱਗ। ਹੋ ਸਕਦਾ ਏ ਕਿਸੇ ਕੋਲ ਰਾਜ ਹੋਵੇ, ਫਿਰ ਤੇ ਬੰਦੇ ਨੂੰ ਸੰਭਲਣਾ ਪਵੇਗਾ ਕਿ ਕਿਤੇ ਰਾਜ ਕਾਰਨ ਹਉਮੈ ਇਹਦੇ ਘਰ ਨਾਚ ਹੀ ਨਾ ਕਰੀ ਜਾਵੇ। ਰਾਜ ਤੋਂ ਅੱਗੇ ਆ ਗਿਆ ਮਾਲ, ਮਾਲ ਭਾਵ ਧਨ ਦੌਲਤ। ਇਹਦੇ ਤੋਂ ਵੀ ਹੁਸ਼ਿਆਰ ਰਹਿਣਾ ਪਵੇਗਾ ਕਿ ਕਿਤੇ ਇਹਦੇ ਕਾਰਨ ਲੱਭ ਆ ਅੰਦਰ ਡੇਰਾ ਹੀ ਨਾ ਲਾ ਲਵੇ। ਹੁਣ ਇਸ ਤੋਂ ਅੱਗੇ ਆ ਗਿਆ ਰੂਪ, ਇਹਦੇ ਤੋਂ ਵੀ ਅਲਰਟ ਰਹਿਣਾ ਪਵੇਗਾ, ਖਬਰਦਾਰ ਰਹਿਣਾ ਪਵੇਗਾ ਕਿ ਇਹ ਕਿਤੇ ਸਾਨੂੰ ਈਮਾਨ ਤੋਂ ਗਲਤ ਪਾਸੇ ਹੀ ਨਾ ਤੋਰ ਦਵੇ। ਰੂਪ ਤੋਂ ਅੱਗੇ ਗੱਲ ਕੀਤੀ ਜਾਤ ਦੀ। ਹੁਣ ਉੱਚੀ ਜਾਤ ਦੇ ਮਾਣ ਤੋਂ ਬਚਣਾ ਪਵੇਗਾ, ਕਿਉਂਕਿ ਉੱਥੇ ਕੋਈ ਜਾਤ ਨਹੀਂ। ਜਾਨੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ। ਇਹਨਾਂ ਚੌਹਾਂ ਤੋਂ ਬਾਅਦ ਅੱਗੇ ਆ ਜਾਂਦਾ ਜੋਬਨ। ਹੁਣ ਇਸ ਤੋਂ ਵੀ ਬਚਣਾ ਪਵੇਗਾ, ਚੁਕੰਨੇ ਰਹਿਣਾ ਪਵੇਗਾ। ਕਹਿੰਦੇ ਨੇ ਸਭ ਤੋਂ ਵੱਧ ਪੈਰ ਬੰਦੇ ਦੇ ਇੱਥੇ ਹੀ ਥਿੜਕਦੇ ਨੇ। ਤਾਂ ਹੀ ਤਾਂ ਸਿਆਣਿਆਂ ਨੇ ਇਹਨੂੰ ਤਿਲਕਣ ਬਾਜੀ ਵਿਹੜਾ ਕਿਹਾ ਏ
ਕਿ ਜਿੱਥੇ ਪੈਰ ਸੰਭਲ ਕੇ ਤੁਰਨਾ ਪਵੇਗਾ। ਹੁਣ ਬੰਦਾ ਜੇ ਤੇ ਇਹਨਾਂ ਤੋਂ ਜਰਾ ਸੰਭਲ ਕੇ ਲੰਘ ਗਿਆ, ਫਿਰ ਅਗਲਾ ਸਫ਼ਰ ਸ਼ੁਰੂ। ਤੇ ਜੇ ਇੱਕ ਵਾਰ ਪੈਰ ਉਖੜੇ ਦੁਬਾਰਾ ਥੱਲੇ ਨਹੀਂ ਲੱਗਣੇ, ਤੇ ਜੇ ਇੱਕ ਵਾਰ ਭਟਕਣਾ 'ਚ ਪੈਰ ਉਖੜ ਗਏ, ਫਿਰ ਪਤਾ ਨਹੀਂ ਕਿੰਨੇ ਗੇੜੇ ਲਵਾ ਦੇਣਗੇ। ਤਾਂ ਹੀ ਤਾਂ ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਲੱਖ 84 ਭਰਮ ਦੇ ਭਰਮ ਹੋਏ ਖੁਆਰ। ਕਿਉਂਕਿ ਫਿਰ ਖਬਰੇ ਕਦ ਮਾਨਸ ਦੇਹ ਨੂੰ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਵੇ। ਮਾਨਸ ਦੇਹ ਦੁਲੱਭ ਹੈ, ਜੁਗ ਹੈ ਜੁਗੰਤਰ ਆਵੇ ਵਾਰੀ। ਜਿਵੇਂ ਬਾਹਰ ਸਫ਼ਰ 'ਤੇ ਨਿਕਲਿਆ, ਅਸੀਂ ਸਭ ਨੇ ਅਕਸਰ ਹੀ ਚੌਂਕ 'ਚੋਂ ਚੁਰਾਹੇ 'ਚੋਂ ਲੰਘਦਿਆਂ 3 ਰੰਗ ਦੀਆਂ ਲਾਈਟਾਂ ਲੱਗੀਆਂ ਦੇਖੀਆਂ ਹੀ ਹੋਣਗੀਆਂ, ਲਾਲ, ਸੰਤਰੀ, ਹਰੀ, ਰੈੱਡ, ਔਰੰਜ, ਗਰੀਨ। ਲਾਲ ਲਾਈਟ ਕਹਿੰਦੀ ਏ ਠਹਿਰ ਜਾ, ਰੁਕ ਜਾ। ਸੰਤਰੀ ਕਹਿੰਦੀ ਏ ਤਿਆਰ ਹੋ ਜਾ, ਤੇ ਹਰੀ ਤੁਰ ਪਵੋ। ਹੁਣ ਲਾਲ ਲਾਈਟ ਤੇ ਸਾਨੂੰ ਸਾਵਧਾਨ ਕਰਦੀ ਏ ਕਿ ਜਰਾ ਠਹਿਰ ਜਾ, ਸੰਭਲ ਕੇ, ਜਰਾ ਵੇਖ ਕੇ, ਨਹੀਂ ਤੇ ਚਲਾਨ ਕੱਟਿਆ ਜਾਵੇਗਾ। ਕਿਉਂਕਿ ਜੇ ਟ੍ਰੈਫਿਕ ਅਨੁਸਾਰ ਗਲਤ ਹੋਵਾਂਗੇ, ਫਿਰ ਤੇ ਚਲਾਨ ਰੂਪ ਭੁਗਤਾਨ ਭੁਗਤਣਾ ਹੀ ਪਵੇਗਾ। ਐਨ ਇਸੇ ਹੀ ਤਰ੍ਹਾਂ ਜਦ ਅਸੀਂ ਆਪਣੀ ਜੀਵਨ ਯਾਤਰਾ 'ਤੇ ਨਿਕਲੇ, ਮਾਲਕ ਦੇ ਲਾ ਨਿਯਮ ਕਾਨੂੰਨ ਦੀ ਉਲੰਘਣਾ ਕਰਦੇ ਹਾਂ, ਤਾਂ ਫਿਰ ਸਾਨੂੰ ਚਲਾਨ ਰੂਪ ਭੁਗਤਾਨ ਬਹੁਤ ਵੱਡੀ ਸਜ਼ਾ ਦੇ ਰੂਪ ਵਿੱਚ ਭੁਗਤਣਾ ਪੈਂਦਾ ਹੈ। ਜੋ ਹੈ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਭਇਆ ਦੇ ਸਲੰਮੈ। ਫਿਰ ਸਾਡੇ ਅੰਦਰ ਤਾਂ ਦ੍ਰਿਸ਼ਟੀ ਚਾਹੀਦੀ ਹੈ ਠਹਿਰਨਾ, ਵੇਖਣਾ ਤੇ ਵਾਚ ਕੇ ਚੱਲਣ ਵਾਲੀ। ਪਰ ਇਸ ਮਾਨਸਿਕ ਅਵਸਥਾ ਤੱਕ ਪਹੁੰਚਣ ਲਈ ਹੋਸ਼ ਤੇ ਜਾਗਰਤੀ ਦਾ ਹੋਣਾ ਅਤਿ ਜ਼ਰੂਰੀ ਹੈ। ਫਿਰ ਹੀ ਕਾਹਲੀ ਤੇ ਨਿਯੰਤਰਣ ਕਰ ਠਹਿਰਾਓ ਵਿੱਚ ਆ ਸਕਾਂਗੇ। ਹੁਣ ਸਾਨੂੰ ਕੀ ਕਰਨਾ ਚਾਹੀਦਾ ਏ ਕਿ ਸਾਡੇ ਅੰਦਰ ਜਦ ਵੀ ਕੋਈ ਵਿਚਾਰ ਆਵੇ ਤੇ ਉਹਨੂੰ ਪਹਿਲੋਂ ਠਹਿਰਾਈਏ, ਰੋਕੀਏ, ਵੇਖੀਏ, ਜਾਂਚੀਏ, ਪੜਤਾਲੀਏ ਤੇ ਫਿਰ ਚੱਲਣ ਦਈਏ। ਤੇ ਜੇ ਅਸੀਂ ਹਰ ਵਿਚਾਰ ਤੇ ਨਾ ਸੰਭਲੇ, ਫਿਰ ਤੇ ਜਿਹੜਾ ਮਰਜ਼ੀ ਵਿਚਾਰ ਤੁਰਿਆ ਫਿਰੇਗਾ, ਚਾਹੇ ਕਿੰਨਾ ਵੀ ਨੈਗੇਟਿਵ ਕਿਉਂ ਨਾ ਹੋਵੇ। ਕਿਉਂਕਿ ਗਤੀ ਤਾਂ ਸਾਡੀ ਚੰਗੇ ਵਿਚਾਰਾਂ ਨਾਲ ਹੀ ਹੋਣੀ ਹੈ। ਫਿਰ ਹੋਸ਼ ਨੂੰ ਸੱਜਣ ਬਣਾ, ਪਹਿਲਾਂ ਚੰਗੇ ਵਿਚਾਰ ਲੱਭਣੇ ਪੈਣਗੇ। ਤਾਂ ਉਹ ਵਿਚਾਰ ਨੇ ਮੂਲ ਮਾਲਕ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਪਰਥਾਏ ਸਿਫਤੀ ਵਿਚਾਰ, ਉਹਦੇ ਪ੍ਰੇਮ 'ਚ ਰੰਗੇ ਵਿਚਾਰ, ਉਹਦੀ ਯਾਦ 'ਚ ਭਿੱਜੇ ਵਿਚਾਰ। ਬਸ ਟੈਕਨੀਕ ਤੇ ਇਹੋ ਹੀ ਹੈ, ਵੇਖੀ ਸੰਭਲੀ। ਤੇ ਜੇ ਇਹ ਨਿਯਮ ਸਾਡੇ ਜੀਵਨ ਵਿੱਚ ਆ ਜਾਣ, ਫਿਰ ਗੈਰ ਵਿੱਚ ਘੁਸਪੈਠ ਨਹੀਂ ਕਰੇਗਾ, ਕਿਉਂਕਿ ਫਿਰ ਹੋਸ਼ ਹੋਣੀ ਘਰ ਹੋਣਗੇ। ਸੋ ਆਓ ਫਿਰ ਅਸੀਂ ਸਾਰੇ ਵੀ ਸੰਭਲ ਜਾਈਏ ਤੇ ਸਾਂਭ ਸੰਭਾਲ ਵੀ ਉਹਦੀ ਕਰੀਏ, ਜੋ ਸਦਾ ਸਦੀਵੀ ਨਿੱਤ ਪ੍ਰਤੀ ਸਾਥ ਨਿਭਾਏ। ਕਿਉਂਕਿ ਇੱਥੋਂ ਦਾ, ਇਸ ਲੋਕ ਦਾ ਖੱਟਿਆ ਕਮਾਇਆ, ਇਸ ਲੋਕ ਦੀਆਂ ਦੌਲਤਾਂ ਸ਼ੋਹਰਤਾਂ ਸਾਡੇ ਨਾਲ ਨਹੀਂ ਜਾਣੀਆਂ। ਨਾ ਕੋਠੀਆਂ ਸਾਂਭੀ, ਨਾ ਕਾਰਾਂ ਸਾਂਭੀ, ਤੇ ਨਾ ਸਾਂਭੀ ਬੈਂਕ ਭਰੇ ਰਾਜਦਾਰਾ, ਇਹ ਮੂਲ ਨਹੀਂ ਜਾਣੀਆਂ ਹਜੂਰ ਹੋਣਾ ਦੇ ਘਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।